ਪੰਜਾਬ ਦੇ ਬਹੁਤਾਤ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਹੈ ਕਿ ਲੋਕਾਂ ਦੇ ਸਿਰੜ ਅੱਗੇ ਸਰਕਾਰ ਚੁੱਕੀ ਹੈ। ਉਹ ਸਰਕਾਰ ਜਿਹੜੀ ਬਹੁਤ ਕਮੰਡੀ ਸਰਕਾਰ ਸੀ। 370 ਦਿਨਾਂ ਤੋਂ ਵੀ ਵੱਧ ਕਿਸਾਨ ਅੰਦੋਲਨ ਚੱਲਿਆ ਨੈਸ਼ਨਲ ਲੈਵਲ ਤੇ। ਉਹਦੀ ਜਿੱਤ ਹੋਈ ਹੈ, ਕਿਸਾਨ ਫਤਿਹ ਕਰਕੇ ਆਪਣੇ ਮੋਰਚੇ ਨੂੰ ਘਰ ਵਾਪਿਸ ਲੌਟ ਆਏ ਆ। ਕਿਸਾਨ ਅੰਦੋਲਨ 3 ਖੇਤੀ ਕਾਨੂੰਨ ਜਿਹੜੇ ਕਾਲੇ ਕਾਨੂੰਨ ਸੀ, ਕਾਲੇ ਇੱਥੇ ਬੋਲਡ ਲੈਟਰਸ ਦੇ ਵਿੱਚ ਮੋਟਾ ਕਰਕੇ ਅੰਡਰਲਾਈਨ ਕਰਕੇ ਲਿਖਣ ਵਾਲਾ ਉਹ ਸ਼ਬਦ ਕਾਲੇ ਕਾਨੂੰਨ, ਉਹਨਾਂ ਦੇ ਖਿਲਾਫ ਇਹ ਖੇਤੀ ਅੰਦੋਲਨ ਸ਼ੁਰੂ ਹੋਇਆ ਸੀ ਵੀ ਇਹ ਰੱਦ ਹੋਣੇ ਚਾਹੀਦੇ ਆ। ਉਹ ਵਾਲੇ ਕਾਲੇ ਕਾਨੂੰਨ ਜਿਹੜੇ ਜਦੋਂ ਭਾਰਤ ਤਾਲਾਬੰਦੀ ਹੋਈ ਸੀ ਔਰ ਸਾਰਾ ਦੇਸ਼ ਘਰਾਂ ਦੇ ਵਿੱਚ ਕੈਦ ਸੀ, ਉਸ ਟਾਈਮ ਨਰਿੰਦਰ ਮੋਦੀ ਸਰਕਾਰ, ਸੈਂਟਰ ਦੀ ਬੀਜੇਪੀ ਸਰਕਾਰ ਆਰਡੀਨੈਂਸ ਲਿਆ ਕੇ ਇਹ ਕਾਨੂੰਨ ਲੈ ਕੇ ਆਉਂਦੀ ਹੈ। ਇਹ ਜਿਹੜੀ ਲੜਾਈ ਹੈ 3 ਖੇਤੀ ਕਾਨੂੰਨਾਂ ਦੇ ਖਿਲਾਫ ਹੀ ਨਹੀਂ ਸੀ, ਇਹ ਖਿਲਾਫ ਸੀ ਉਸ ਸਰਕਾਰ ਦੀ ਜਿਹੜੀ ਆਪਣੀ ਫਾਸੀਵਾਦੀ ਨੀਤੀਆਂ ਨੂੰ ਲਾਗੂ ਕਰਕੇ ਜੋ ਦੇਸ਼ ਦਾ ਸੰਘੀ ਢਾਂਚਾ ਹੈ, ਜੋ ਫੈਡਰਲ ਢਾਂਚਾ ਆ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੋਈ ਲੱਗਦੀ ਹੈ। ਜਿਵੇਂ ਕਿ ਜੋ ਸਿਹਤ ਇੱਕ ਫੈਡਰਲ ਲਿਸਟ ਦੇ ਵਿੱਚ ਆਉਂਦੀ ਹੈ, ਇੱਕ ਰਾਜਾਂ ਦਾ ਅਧਿਕਾਰ ਹੈ। ਨਾਲ ਹੀ ਜਿਹੜੀ ਖੇਤੀ ਹੈ ਉਹ ਵੀ ਰਾਜਾਂ ਦਾ ਅਧਿਕਾਰ ਹੈ। ਨਾਲ ਹੀ ਜਿਵੇਂ ਬਿਜਲੀ ਅਮੈਂਡਮੈਂਟ ਬਿੱਲ ਸੀਗਾ, ਉਹ ਵੀ ਰਾਜਾਂ ਦਾ ਅਧਿਕਾਰ ਹੈ। ਸਿੱਖਿਆ, ਸਿਹਤ, ਇਹ ਸਭ ਚੀਜ਼ਾਂ ਦੇ ਵਿੱਚ ਸਰਕਾਰ ਇੰਟਰਫੇਅਰ ਕਰ ਰਹੀ ਹੈ। ਮਤਲਬ ਕਿ ਜੋ ਸੰਘੀ ਢਾਂਚਾ ਹੈ ਦੇਸ਼ ਦਾ, ਜੋ ਫੈਡਰਲਿਜ਼ਮ ਆ, ਉਹਨੂੰ ਖਤਰਾ ਆ। ਸਰਕਾਰ ਰਾਜਾਂ ਦੇ ਜਿਹੜੇ ਅਧਿਕਾਰ ਆ ਉਹਨਾਂ ਨੂੰ ਖੋਣ ਦੀ ਤਿਆਰੀ ਇਸ ਸੈਂਟਰ ਸਰਕਾਰ ਦੀ ਲੱਗਦੀ ਹੈ। ਔਰ ਐਦਾਂ ਦੇ ਕਈ ਕੰਮ ਕੀਤੇ ਵੀ ਨੇ ਜਿਨ੍ਹਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਯੈਸ ਇਟ ਇਜ਼ ਟਰੂ। ਸੋ ਇਹ ਕਿਸਾਨੀ ਅੰਦੋਲਨ ਸਿਰਫ ਔਰ ਸਿਰਫ ਇਹ 3 ਖੇਤੀ ਕਾਨੂੰਨਾਂ ਦੇ ਖਿਲਾਫ ਨਹੀਂ ਸੀ। ਇਸ ਕਿਸਾਨ ਅੰਦੋਲਨ ਨੇ ਜੋ ਚੋਟ ਮਾਰੀ ਹੈ, ਉਹ ਚੋਟ ਮਾਰੀ ਹੈ ਸਰਮਾਏਦਾਰਾਂ ਨੂੰ। ਜਿਹੜਾ ਸਰਮਾਏਦਾਰਾਂ ਦਾ ਸਰਕਾਰ ਦੇ ਨਾਲ ਇੱਕ ਨੈਕਸਸ ਹੈ, ਉਹਨਾਂ ਦੀ ਜੋੜੀ ਹੈ, ਜਿਹੜੀ ਰਾਜਾਂ ਦੇ ਅਧਿਕਾਰ ਖੇਤਰਾਂ 'ਚ ਇੰਟਰਫੇਅਰ ਕਰਕੇ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੇ ਹੈ। ਇਹ ਲੜਾਈ ਸੀ ਸਰਕਾਰੀ ਵਿਦਵਾਨਾਂ ਦੇ ਖਿਲਾਫ, ਇਹ ਲੜਾਈ ਸੀ ਸਰਕਾਰੀ ਮੀਡੀਆ ਦੇ ਖਿਲਾਫ, ਇਹ ਲੜਾਈ ਸੀ ਬਹੁਤ ਵੱਡੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ, ਇਹ ਲੜਾਈ ਸੀ ਹੋਂਦ ਦੀ ਲੜਾਈ, ਜੋ ਵਾਰ-ਵਾਰ ਕਿਸਾਨਾਂ ਨੇ ਕਹੀ ਕਿ ਸਾਡੀ ਹੋਂਦ ਦਾ ਮਸਲਾ ਹੈ। ਇਹ ਲੜਾਈ ਸੀ ਅਨਾਜ ਨੂੰ ਲੋਕਾਂ ਦੇ ਕਬਜ਼ੇ 'ਚ ਹੀ ਰਹਿਣ ਦਿੱਤਾ ਜਾਵੇ, ਕਾਰਪੋਰੇਟਾਂ ਦੇ ਗੋਦਾਮਾਂ ਦੇ ਵਿੱਚ ਨਾ ਭੇਜਿਆ ਜਾਵੇ। ਇਹ ਲੜਾਈ ਨਹੀਂ ਸੀ, ਇੱਕ ਜੰਗ ਸੀ, ਇੱਕ ਸ਼ਾਂਤਮਈ ਜੰਗ ਸੀ ਜੋ ਕਿਸਾਨ ਜਿੱਤੇ ਆ। ਇਸ ਜੰਗ ਦੇ ਵਿੱਚ ਇੱਕ ਧਿਰ ਸੀ ਕਿਸਾਨ, ਜੋ ਸੰਯੁਕਤ ਕਿਸਾਨ ਮੋਰਚਾ ਦੀਆਂ 32 ਜਥੇਬੰਦੀਆਂ, ਜਿਹਦੇ ਨਾਲ ਲੋਕਾਂ ਦਾ ਹਜੂਮ ਉੱਠਿਆ, ਇੱਕ ਲੋਕ ਅੰਦੋਲਨ ਬਣ ਗਿਆ। ਇਹਦੇ ਵਿੱਚ ਲੋਕ ਆਪ ਮੁਹਾਰੇ ਗਏ। ਚਲੋ ਦਿੱਲੀ 26 ਨਵੰਬਰ ਨੂੰ ਪਹੁੰਚਦੇ ਆ, ਰਾਸਤੇ 'ਚ ਬਹੁਤ ਕੁਝ ਹੁੰਦਾ ਹੈ, ਬਟ ਇੱਕ ਸ਼ਾਂਤਮਈ ਜੰਗ 1 ਸਾਲ ਤੋਂ ਜ਼ਿਆਦਾ ਟਾਈਮ ਚੱਲਦੀ ਹੈ ਔਰ ਉਸ ਤੋਂ ਬਾਅਦ ਜਿੱਤ ਹੋ ਕੇ ਅੱਜ ਹਰਮੰਦਰ ਸਾਹਿਬ ਕਿਸਾਨ ਅੰਦੋਲਨ ਦੇ ਨਾਲ ਐਸੋਸੀਏਟਡ ਜੋ ਨੁਮਾਇੰਦੇ ਸੀ ਉਹ ਜਾ ਰਹੇ ਆ। ਇਹ ਜੋ ਜੰਗ ਸੀ, ਜੋ ਸ਼ਾਂਤਮਈ ਜੰਗ ਸੀ, ਇਹ ਜਿੱਤੀ ਕਿਸਾਨਾਂ ਨੇ। ਇੱਕ ਪਾਸੇ ਕਿਸਾਨ ਧਿਰ ਸੀ ਔਰ ਦੂਸਰੇ ਪਾਸੇ ਉਹ ਧਿਰ ਸੀ ਜਿਨ੍ਹਾਂ ਦੇ ਵਿੱਚ ਬਹੁਤ ਵੱਡੀਆਂ ਤਾਕਤਾਂ ਆ, ਜਿਨ੍ਹਾਂ ਦੇ ਕੋਲ ਬਹੁਤ ਗਰੂਰ ਸੀ, ਜਿਨ੍ਹਾਂ ਦੇ ਕੋਲ ਬਹੁਤ ਕਮਾਂਡ ਸੀ, ਜਿਨ੍ਹਾਂ ਕੋਲ ਮੈਜੋਰਿਟੀ ਸੀ, ਜਿਨ੍ਹਾਂ ਦੇ ਕੋਲ ਅੱਧੇ ਤੋਂ ਜ਼ਿਆਦਾ ਮੀਡੀਆ ਸੀ, ਜਿਨ੍ਹਾਂ ਦੇ ਕੋਲ ਸਰਕਾਰੀ ਬੋਲੀ ਬੋਲਣ ਵਾਲੇ ਵਿਕਾਊ ਵਿਦਵਾਨ ਸੀ। ਕਹਿਣ ਦਾ ਭਾਵ ਇਹ ਹੈ ਕਿ ਕਿਸਾਨ ਅੰਦੋਲਨ ਇੱਕ ਸ਼ਾਂਤਮਈ ਜੰਗ ਸੀ, ਜੋ ਇੱਕ ਲੋਕਾਂ ਦਾ ਅੰਦੋਲਨ ਸੀ, ਜਿਹੜੀ ਜੰਗ ਲੋਕਾਂ ਦੁਆਰਾ ਲੜੀ ਗਈ ਉਹਨਾਂ ਤਾਕਤਾਂ ਦੇ ਖਿਲਾਫ ਜੋ ਲੋਕ ਵਿਰੋਧੀ ਤਾਕਤਾਂ ਸੀ। ਅੱਜ ਦੀ ਇਸ ਵੀਡੀਓ 'ਚ ਮੈਂ ਆਪਣਾ ਓਪੀਨੀਅਨ ਰੱਖਣਾ ਚਾਹੁੰਦੀ ਹਾਂ ਕਿ ਮੈਨੂੰ ਕੀ ਲੱਗਦਾ ਹੈ ਕਿ ਕਿਉਂ ਕਿਸਾਨ ਅੰਦੋਲਨ ਸਕਸੈਸਫੁਲ ਹੋਇਆ। ਕਿਸਾਨ ਅੰਦੋਲਨ ਨੇ ਕਿਹੜੇ ਪ੍ਰਿੰਸੀਪਲਸ, ਕਿਹੜੇ ਸਿਧਾਂਤ ਫੋਲੋ ਕਰੇ। ਪਹਿਲਾ ਜੋ ਸਭ ਤੋਂ ਵੱਡਾ ਇੱਥੇ ਫੈਕਟਰ ਹੈ, ਜੋ ਪਹਿਲਾ ਸਿਧਾਂਤ ਆਪਾਂ ਕਹਿ ਸਕਦੇ ਹਾਂ, ਉਹ ਹੈ ਫੀਅਰਲੈਸਨੈਸ। ਮਤਲਬ ਕਿ ਜਿਹੜੇ ਕਿਸਾਨ ਸੀ, ਉਹ ਕਿਸਾਨਾਂ ਨੂੰ ਔਰ ਕਿਸਾਨ ਆਗੂਆਂ ਨੂੰ ਕੋਈ ਡਰ ਨਹੀਂ ਸੀ, ਕੋਈ ਭੌ ਨਹੀਂ ਸੀ। ਇੱਥੇ ਭੌ ਤੋਂ ਡਰ ਨਹੀਂ ਸੀ, ਭੌ ਨਹੀਂ ਸੀ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਿਸਾਨ ਬਹੁਤ ਹੰਕਾਰੀ ਸੀ, ਬੜੇ ਅਗਰੈਸਿਵ ਸੀ, ਕਿਸੇ ਤੋਂ ਡਰਦੇ ਨਹੀਂ ਸੀ। ਇਹਦਾ ਮਤਲਬ ਇਹ ਹੈ ਕਿ ਉਹ ਕਿਸਾਨਾਂ ਨੇ ਇੱਕ ਦ੍ਰਿੜ ਨਿਸ਼ਚੈ ਕਰ ਲਿਆ ਸੀ ਕਿ ਉਹ ਕਿਸਾਨ ਆਗੂ ਔਰ ਜਿੰਨੇ ਵੀ ਕਿਸਾਨ ਅੰਦੋਲਨ 'ਚ ਪਾਰਟਿਸਿਪੈਂਟ ਲੋਕ ਜਿੱਥੋਂ ਜਾਂਦੇ ਸੀ, ਜਿਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਬਣਾਇਆ, ਉਹਨਾਂ ਨੂੰ ਨਾ ਸਰਕਾਰ ਦਾ ਡਰ ਸੀ, ਨਾ ਸਰਕਾਰ ਦੇ ਵਿੱਚ ਕੰਮ ਕਰਦੀਆਂ ਲੋਕ ਵਿਰੋਧੀ ਤਾਕਤਾਂ ਦਾ ਡਰ ਸੀ, ਨਾ ਉਹਨਾਂ ਨੂੰ ਸਰਮਾਏਦਾਰਾਂ ਦਾ, ਜਿਹੜੇ ਬਹੁਤ ਦੌਲਤਮੰਦ ਲੋਕ ਨੇ, ਨਾ ਉਹਨਾਂ ਦਾ ਡਰ ਸੀ ਔਰ ਨਾ ਹੀ ਉਹਨਾਂ ਨੂੰ ਗੋਦੀ ਮੀਡੀਆ ਦਾ, ਤੇ ਨਾ ਹੀ ਸਰਕਾਰ ਦੀ ਮਸ਼ੀਨਰੀ ਜੋ ਕਿ ਪੁਲਿਸ ਹੈ, ਹੋਰ ਬਹੁਤ ਤਰ੍ਹਾਂ ਦੀਆਂ ਏਜੰਸੀਜ਼ ਹੈ, ਉਹਨਾਂ ਦਾ ਡਰ ਸੀ। ਕਿਸਾਨ ਅੰਦੋਲਨ ਦਾ ਇਹ ਜੋ ਨਿਡਰਤਾ ਭਰਿਆ ਜਿਹੜਾ ਉਹਨਾਂ ਦਾ ਸਿਧਾਂਤ ਸੀ, ਜਿਹਦੇ ਤੇ ਉਹ ਚੱਲੇ, ਨਾ ਮੌਤ ਦਾ ਡਰ ਸੀ, ਨਾ ਕੋਈ ਕੁਰਬਾਨੀ ਦੇਣ ਤੋਂ ਡਰ ਸੀ,
ਡਰਦੇ ਨਹੀਂ ਸੀ, ਪਿੱਛੇ ਨਹੀਂ ਸੀ ਹੁੰਦੇ, ਨਾ ਹੀ ਲੋਹੇ ਦੀਆਂ ਲੱਗੀਆਂ ਹੋਈਆਂ ਉਹ ਕਿੱਲਾਂ ਜਿਹੜੀਆਂ ਸੜਕਾਂ ਤੇ ਸੀ ਉਹਦਾ ਡਰ ਸੀ, ਨਾ ਹੀ ਸੀਮੈਂਟ ਦੇ ਟਨ ਭਾਰੇ ਜਿਹੜੇ ਉਹ ਬੈਰੀਕੇਡਿੰਗ ਲਗਾਈ ਗਈ ਹੈ, ਜੋ ਕੈਂਟਰਸ ਰੱਖੇ ਗਏ ਆ, ਜੋ ਹੋਰ ਬਹੁਤ ਤਰ੍ਹਾਂ ਦੇ ਜੁਗਾੜਬੰਦੀ ਸਰਕਾਰ ਵੱਲੋਂ ਔਰ ਸਰਕਾਰੀ ਤੰਤਰ ਵੱਲੋਂ ਕੀਤੀ ਗਈ, ਉਹਨਾਂ ਨੂੰ ਡਰ ਨਹੀਂ ਸੀ। ਉਹਨਾਂ ਨੂੰ ਪਾਣੀ ਦੀਆਂ ਬੁਛਾੜਾਂ ਤੋਂ ਡਰ ਨਹੀਂ ਸੀਗਾ। ਪਾਣੀ ਦੀਆਂ ਬੁਛਾੜਾਂ ਤੋਂ ਬਹੁਤ ਛੋਟੀ ਜੀ ਗੱਲ ਲੱਗਣ ਲੱਗ ਗਿਆ ਹੁਣ ਕਿਸਾਨਾਂ ਅੱਗੇ, ਕਿਉਂਕਿ ਬਹੁਤ ਹੋਰ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰਕੇ ਫਸਾਉਣ ਦੀ ਕੋਸ਼ਿਸ਼ ਹੋਈ ਸੀ। ਪਰ ਜਿਹੜੀ ਇਹ ਨਿਡਰਤਾ, ਜਿਹੜੀ ਫੀਅਰਲੈਸਨੈਸ ਜੋ ਕਿਸਾਨ ਅੰਦੋਲਨ ਦੇ ਵਿੱਚ ਸੀ, ਇਹ ਇੱਕ ਬਹੁਤ ਵੱਡਾ ਫੈਕਟਰ ਸੀ, ਜਿਹਦੇ ਕਰਕੇ ਸਰਕਾਰ ਹੈ ਜਾਂ ਸਰਕਾਰੀ ਤੰਤਰ ਹੈ ਜੋ ਬਹੁਤ ਪਾਵਰਫੁਲ ਹੈ, ਉਹ ਵੀ ਇੱਕ ਤਰ੍ਹਾਂ ਦੇ ਨਾਲ ਵੀਕ ਨਜ਼ਰ ਆਉਣ ਲੱਗ ਗਿਆ। ਦੂਸਰਾ ਜੋ ਕਿਸਾਨ ਅੰਦੋਲਨ ਦਾ ਸਿਧਾਂਤ ਸੀ ਉਹ ਸੀ ਟਰੁੱਥ। ਕਿਸਾਨ ਅੰਦੋਲਨ ਇੱਕ ਸੱਚਾਈ ਦੇ ਸਹਾਰੇ ਖੜਾ ਹੋਇਆ ਸੀ। ਕਿਸਾਨ ਅੰਦੋਲਨ ਨੂੰ ਖੜਾ ਕਰਨ ਦੇ ਲਈ ਪੰਜਾਬ ਦੀਆਂ ਜਥੇਬੰਦੀਆਂ ਨੇ, ਬਲਵੀਰ ਸਿੰਘ ਰਾਜੇਵਾਲ ਹੋਣਾ ਨੇ ਐਂਡ ਹੋਰ ਜੋ ਜਥੇਬੰਦੀਆਂ ਸੀ, ਉਹਨਾਂ ਨੇ ਇਸ ਚੀਜ਼ ਦੀ ਜੋ ਸੱਚਾਈ ਸੀ, ਉਹ ਸੱਚਾਈ ਨੂੰ ਲੋਕਾਂ ਦੇ ਅੱਗੇ ਬਹੁਤ ਵਧੀਆ ਢੰਗ ਦੇ ਨਾਲ ਪ੍ਰਸਤੁਤ ਕੀਤਾ। ਸੱਚਾਈ ਕੀ ਸੀ ਕਿ ਇਹ ਜੋ ਕਾਲੇ ਕਾਨੂੰਨ ਨੇ ਇਹ ਸਾਡੇ ਲਈ ਮਾੜੇ ਨੇ। ਕਿਉਂ ਮਾੜੇ ਨੇ? ਹਰ ਇੱਕ ਚੀਜ਼ ਦੀ ਉਹਨਾਂ ਦੇ ਕੋਲ ਬਹੁਤ ਵਧੀਆ ਐਕਸਪਲੇਨੇਸ਼ਨ ਸੀ, ਜਿਹਦੇ ਕਰਕੇ ਉਹਨਾਂ ਨੇ ਆਪਣੀ ਜੋ ਸੱਚਾਈ ਸੀ ਉਹਨੂੰ ਪ੍ਰਚਾਰਿਆ। ਜਿਵੇਂ ਕਿ ਤਿੰਨ ਜਿਹੜੇ ਖੇਤੀ ਕਾਨੂੰਨ ਹੈ, ਕਿਸਾਨ ਅੰਦੋਲਨ ਵਾਲਿਆਂ ਨੇ, ਸੰਯੁਕਤ ਕਿਸਾਨ ਮੋਰਚੇ ਨੇ, ਉਹਦੇ ਵਿੱਚ ਇੱਕ ਪਾਰਟਿਸਪੈਂਟ ਕਹਿੰਦਾ ਸੀ, ਆਮ ਲੋਕ ਕਹਿੰਦੇ ਸੀ ਕਿ ਜਿਹੜੇ ਕਿਸਾਨ ਬਿੱਲ ਆਏ ਨੇ, ਜੋ ਬਾਅਦ ਆਰਡੀਨੈਂਸ ਕਰਕੇ ਲਿਆਂਦੇ ਗਏ ਸੀਗੇ, ਇਹ ਕਾਲੇ ਕਾਨੂੰਨ ਨੇ। ਸੋ ਉਹ ਕਾਲੇ ਕਿਉਂ ਨੇ, ਇਸ ਚੀਜ਼ ਨੂੰ ਵੀ ਉਹ ਸੱਚਾਈ ਸੀ, ਕਾਲੇ ਸੀ, ਉਸ ਚੀਜ਼ ਨੂੰ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕੀਤਾ। ਈਵਨ ਜੋ ਸਰਕਾਰ ਨੂੰ, ਜੋ ਸੈਂਟਰ ਦੀ ਸਰਕਾਰ ਦੇ ਨਾਲ, ਦੇਸ਼ ਦੇ ਜਿਹੜੇ ਐਗਰੀਕਲਚਰ ਮਿਨਿਸਟਰ ਐਂਡ ਹੋਰ ਮਿਨਿਸਟਰਸ ਦੇ ਨਾਲ ਜੋ ਉਹਨਾਂ ਦੀ ਮੀਟਿੰਗਸ ਹੋਈਆਂ, ਉਹਦੇ ਵਿੱਚ ਵੀ ਕਿਸਾਨ ਅੰਦੋਲਨ ਨੇ ਆਪਣੀ ਜੋ ਸੱਚਾਈ ਹੈ ਉਹਦਾ ਪੱਲਾ ਨਹੀਂ ਛੱਡਿਆ, ਔਰ ਉਸ ਸੱਚਾਈ ਨੂੰ ਬਹੁਤ ਅੱਛੇ ਢੰਗ ਦੇ ਨਾਲ ਲੋਕਾਂ 'ਚ ਵੀ ਫੈਲਾਇਆ, ਔਰ ਉਹਨਾਂ ਮੰਤਰੀਆਂ ਨੂੰ ਵੀ ਦੱਸਿਆ ਕਿ ਇਹ ਕਾਨੂੰਨ ਜਿਹੜੇ ਆ ਇਹ ਕਾਲੇ ਆ, ਇਹ ਕਾਲੇ ਕਿਉਂ ਆ, ਉਹਦਾ ਵੀ ਜਵਾਬ ਦਿੱਤਾ, ਬਹੁਤ ਵਧੀਆ ਐਕਸਪਲੇਨ ਕੀਤਾ। ਨਾਲ ਹੀ ਜੋ ਤੀਸਰਾ ਸਿਧਾਂਤ ਹੈ ਉਹ ਹੈ ਫੇਥਫੁਲਨੈਸ, ਇੱਕ ਸਿਰੜ, ਇੱਕ ਉਹਨਾਂ ਦੇ ਵਿੱਚ ਇੱਕ ਥਾਟ ਡਿਵੈਲਪ ਹੋ ਗਿਆ ਸੀ। ਥਾਟ ਇਹੀ ਕਿ ਜਿਹੜੇ ਖੇਤੀ ਕਾਨੂੰਨ ਆ, ਇਹਦੇ ਨਾਲ ਕਿਸਾਨਾਂ ਦੇ ਹੱਥਾਂ 'ਚੋਂ ਜਿਹੜੀ ਕਿਸਾਨੀ ਹੈ, ਜੋ ਉਹਨਾਂ ਦੀ ਜ਼ਮੀਨ ਹੈ, ਜੋ ਉਹਨਾਂ ਦੀ ਹੋਂਦ ਹੈ, ਉਹ ਖਤਮ ਹੋ ਜਾਏਗੀ। ਇਹ ਸਾਰਾ ਕੁਝ ਜਿਹੜਾ ਹੈ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਚਲਾ ਜਾਏਗਾ, ਔਰ ਕਿਸਾਨ ਇੱਕ ਮਜ਼ਦੂਰ ਬਣ ਕੇ ਰਹਿ ਜਾਏਗਾ। ਇਹਦੇ ਨਾਲ ਜਮਾਖੋਰੀ ਵਧੇਗੀ, ਇਹਦੇ ਨਾਲ ਹੋਰ ਬਹੁਤ ਤਰ੍ਹਾਂ ਦੀਆਂ ਸਮਾਜ ਦੇ ਉੱਤੇ ਇਹਦਾ ਇਫੈਕਟ ਆਏਗਾ, ਮਹਿੰਗਾਈ ਵੱਧ ਸਕਦੀ ਹੈ ਐਂਡ ਮੋਨੋਪੋਲੀਜ਼ ਇਸਟੈਬਲਿਸ਼ ਹੋ ਸਕਦੀਆਂ। ਸੋ ਉਹਨਾਂ ਦਾ ਇੱਕ ਥਾਟ ਸੀ, ਇਹ ਸਾਰੇ ਜੋ ਵਿਚਾਰ ਮੈਂ ਹੁਣ ਦੱਸੇ ਆ, ਉਹ ਆਪਣੇ ਥਾਟ ਦੇ ਉੱਤੇ ਉਹਨਾਂ ਨੂੰ ਪ੍ਰੋਪਰ ਭਰੋਸਾ ਸੀ, ਉਹਨਾਂ ਨੂੰ ਫੇਥ ਸੀ ਕਿ ਅਸੀਂ ਸੱਚ ਬੋਲਦੇ ਹਾਂ ਔਰ ਸਾਨੂੰ ਆਪਣੀ ਸੱਚਾਈ ਤੇ ਪੂਰਾ ਭਰੋਸਾ ਆ। ਉਸੇ ਫੇਥਫੁਲਨੈਸ ਦੇ ਨਾਲ ਉਹ ਅੱਗੇ ਵਧੇ, ਉਹੀ ਵਿਸ਼ਵਾਸ ਸੀ। ਮੈਨੂੰ ਯਾਦ ਹੈ ਉੱਥੇ ਬਹੁਤ ਚੰਗੀ ਤਰ੍ਹਾਂ, ਬਹੁਤ ਲੋਕ ਜਿੱਦਣ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ, ਪਹਿਲਾਂ ਪੰਜਾਬ ਦੇ ਵਿੱਚ ਭਖਿਆ ਕਿਸਾਨ ਅੰਦੋਲਨ। ਜਦੋਂ ਲੋਕਡਾਊਨ ਸੀ, ਜਦੋਂ ਤਾਲਾਬੰਦੀ ਸੀ, ਕਰੋਨਾ ਵਾਇਰਸ ਦਾ ਟਾਈਮ ਸੀ, ਰੇਲਾਂ ਰੋਕੀਆਂ ਜਾਂਦੀਆਂ ਸੀ, ਛੋਟੇ ਲੈਵਲ ਤੇ ਘਿਰਾਓ ਕੀਤੇ ਜਾਂਦੇ ਸੀਗੇ, ਰੇਲਾਂ ਰੋਕ ਕੇ ਐਂਡ ਹੋਰ ਕਿਸੇ ਤਰ੍ਹਾਂ ਵੀ ਆਪਣਾ ਪ੍ਰਦਰਸ਼ਨ ਕਰਦੇ ਸੀ। ਪਰ ਜਦੋਂ ਦਿੱਲੀ ਚਲੋ ਦੀ ਕਾਲ ਵੀ ਆਈ ਔਰ ਦਿੱਲੀ ਜਾ ਕੇ ਆਪਣੇ ਤੰਬੂ ਗੱਡੇ ਆ, ਉੱਥੇ ਆਪਣੇ ਟੈਂਟ ਬਣਾਏ ਆ, ਆਪਣੀ ਸਟੇਜ ਦਾ ਟਰਾਲੀ ਦੇ ਵਿੱਚ ਹੀ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਜਦੋਂ ਪਹਿਲੇ ਦਿਨ ਚੱਲੀ ਹੈ, ਆਈ ਸਟਿਲ ਰਿਮੈਂਬਰ ਦਾ ਟਾਈਮ, ਉਹਦੇ ਵਿੱਚ ਵੀ ਇਹ ਜਿਹੜੀ ਫੇਥਫੁਲਨੈਸ ਹੈ ਇਹ ਨਜ਼ਰ ਆਉਂਦੀ ਹੈ। ਉਸ ਦਿਨ ਤੋਂ ਹੀ ਕਿਸਾਨ ਆਗੂ ਕਹਿੰਦੇ ਸੀ ਇਹ ਸਰਕਾਰ ਝੁਕੇਗੀ, ਇਹ ਸਰਕਾਰ ਨੂੰ ਝੁਕਣਾ ਪਏਗਾ, ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ। ਇਹ ਉਸ ਦਿਨ ਪੋਸੀਬਲ ਵੀ ਨਹੀਂ ਸੀ ਲੱਗਦਾ। ਇੱਕ ਤਰ੍ਹਾਂ ਨਾਲ ਸ਼ੁਰੂਆਤ ਦੇ ਕਈ ਮਹੀਨਿਆਂ ਤੱਕ ਤਾਂ ਇਹ ਲੱਗਦਾ ਰਿਹਾ, ਜਦੋਂ ਗੱਲਬਾਤ ਦਾ ਸਿਲਸਿਲਾ ਟੁੱਟ ਗਿਆ ਸੀ ਸੈਂਟਰ ਦੇ ਨਾਲ, ਕਿ ਮੋਦੀ, ਜੋ ਪ੍ਰਾਈਮ ਮਿਨਿਸਟਰ ਮੋਦੀ ਹੈ, ਬਹੁਤ ਅੜੀਅਲ ਸੁਭਾਅ ਉਹਨਾਂ ਦਾ ਦੱਸਿਆ ਜਾਂਦਾ, ਲੋਕਾਂ ਤੋਂ ਸੁਣਦੇ ਔਰ ਦੇਖਿਆ ਵੀ ਹੈ। ਜਿਸ ਤਰ੍ਹਾਂ ਇਹ NRC ਅੰਦੋਲਨ ਸੀ, ਉਸ ਟਾਈਮ ਵੀ ਦੇਖਿਆ ਸੀ, ਤੋਂ ਲੱਗਦਾ ਸੀ ਕਿ ਨੋ, ਇਹ ਸ਼ਾਇਦ ਪੋਸੀਬਲ ਨਹੀਂ ਹੋ ਪਾਏਗਾ। ਲੇਕਿਨ ਉਸ ਟਾਈਮ ਵੀ ਜਿਹੜੇ ਕਿਸਾਨ ਆਗੂ ਸੀ ਕਿਸਾਨ ਅੰਦੋਲਨ ਦੇ ਵਿੱਚ, ਜੋ ਲੇਖਕ, ਜੋ ਗੀਤਕਾਰ, ਜੋ ਸਿੰਗਰ ਜਾਂ ਹੋਰ ਜੋ ਚਿੰਤਕ ਸੀਗੇ, ਸੋਸ਼ਲ ਸਰਵਿਸ ਕਰਨ ਵਾਲੇ ਲੋਕ ਸੀ, ਕਿਸਾਨ ਆਗੂ ਸੀ, ਉਹ ਕਹਿੰਦੇ ਸੀ, ਮੈਨੂੰ ਆਈ ਸਟਿਲ ਰਿਮੈਂਬਰ ਦ ਕੋਟਸ ਆਫ ਬਾਬੂ ਮਾਨ ਵੈਨ ਹੀ ਸੇਇੰਗ ਕਿ ਦਿੱਲੀ ਤਾਂ ਝਾਂਜਰਾ ਪਾ ਕੇ ਨੱਚੂਗੀ ਸਾਡੇ ਸਾਹਮਣੇ। 1 ਸਾਲ ਤੋਂ ਵੀ ਵੱਧ ਸਬਰ ਰੱਖਿਆ ਐਂਡ ਉਹ ਸਬਰ, ਉਹ ਜਿਹੜਾ ਫੇਥਫੁਲਨੈਸ ਆ, ਜਿਹੜੀ ਉਸ ਦਿਨ ਇਹ ਗੱਲ ਕਹਿਣੀ ਔਰ ਉਸ ਤੋਂ 1 ਸਾਲ ਬਾਅਦ ਉਸ ਚੀਜ਼ ਨੇ ਸੱਚ ਹੋਣਾ, ਇਹ ਦਿਖਾਉਂਦਾ ਹੈ ਕਿ ਜਿਹੜੀ ਉਹ ਸਿਰੜ, ਉਹ ਦ੍ਰਿੜਤਾ ਸੀ ਕਿਸਾਨਾਂ ਦੀ, ਸੱਚਾਈ ਦੇ ਸਹਾਰੇ ਚੱਲ ਕੇ, ਨਿਡਰਤਾ ਨਾਲ ਚੱਲ ਕੇ
ਇਹ ਜਿਹੜਾ ਫੇਥਫੁਲਨੈਸ ਸੀ ਇੱਕ ਬਹੁਤ ਵਧੀਆ ਸਿਧਾਂਤ ਸੀ ਜੋ ਕਿਸਾਨਾਂ ਨੇ ਫੋਲੋ ਕੀਤਾ ਔਰ ਜਿਹੜਾ ਅਲਟੀਮੇਟਲੀ ਫਤਿਹ ਲੈ ਕੇ ਆਇਆ। ਕਿਸਾਨ ਅੰਦੋਲਨ ਦੇ ਵਿੱਚ ਜੋ ਚੌਥਾ ਸਿਧਾਂਤ ਫੋਲੋ ਕੀਤਾ ਗਿਆ ਉਹ ਸੀ ਸਰਵ ਧਰਮ ਸਮਾਨਤਵ, ਸਰਬ ਸਾਂਝੀਵਾਲਤਾ। ਹਿੰਦੂਤਵਾਦੀ ਪੋਲਿਟਿਕਸ ਖੇਡਣ ਵਾਲੀ ਸਰਕਾਰ ਦੇ ਲਈ ਇਸ ਚੀਜ਼ ਨਾਲ ਡੀਲ ਕਰਨਾ ਜਿਹੜੀ ਚੀਜ਼ ਸਰਬ ਸਾਂਝੀਵਾਲਤਾ, ਸਰਬ ਧਰਮ ਸਮਾਨਤਵ ਦਾ ਸੰਦੇਸ਼ ਦਿੰਦੀ ਹੋਵੇ, ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੋਵੇ, ਉਹਦੇ ਲਈ ਡੀਲ ਕਰਨਾ ਸਰਕਾਰ ਦੇ ਲਈ ਮੈਂ ਕਹਿੰਦੀ ਕਿ ਨਾਮੁਮਕਿਨ ਸੀ। ਬਿਕੋਜ਼ ਅੱਜ ਤੱਕ ਦਾ ਇਤਿਹਾਸ ਅਗਰ ਆਪਾਂ ਦੇਖੀਏ ਤਾਂ ਬਾਬਰੀ ਮਸਜਿਦ ਡਿਮੋਲੀਸ਼ਨ ਐਂਡ ਉਸ ਤੋਂ ਬਾਅਦ ਜੋ ਹਿੰਦੂਤਵਾਦੀ ਜੋ ਰਾਈਟ ਵਿੰਗ ਆਈਡੀਓਲੋਜੀ ਨੂੰ ਵੀ ਆਪਣੀ ਨੂੰ ਪ੍ਰਮੋਟ ਰੱਖਦੇ ਆ, ਜਿਹਦੇ ਵਿੱਚ ਮਾਈਨੋਰਿਟੀਜ਼ ਜਿਹੜੀਆਂ ਆ ਉਹ ਫੀਲ ਅਨਸੇਫ, ਮਾਈਨੋਰਿਟੀਜ਼ ਦੀ ਲਾਇਲਟੀ ਸਸਪੈਕਟ ਕੀਤੀ ਜਾਂਦੀ ਹੈ, ਉਹਨਾਂ ਦਾ ਨੈਸ਼ਨਲਿਜ਼ਮ ਸਸਪੈਕਟ ਕੀਤਾ ਜਾਂਦਾ ਹੈ, ਉਹਨਾਂ ਨੂੰ ਆਤੰਕਵਾਦੀ, ਖਾਲਿਸਤਾਨੀ ਐਂਡ ਜਿਹਾਦੀ ਐਂਡ ਨੈਕਸਲਾਈਟ ਪਤਾ ਨਹੀਂ ਕੀ ਕੁਝ ਕਿਹਾ ਜਾਂਦਾ ਹੈ। ਉਹਨਾਂ ਦੇ ਲਈ ਇਹ ਸਰਬ ਸਾਂਝੀਵਾਲਤਾ ਗੁਰੂ ਨਾਨਕ ਦੇ ਸੰਦੇਸ਼ ਦੇ ਨਾਲ ਡੀਲ ਕਰਨਾ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਕੋਲ ਇਹ ਢੰਗ ਸੀਗਾ ਕਿ ਕਿੱਦਾਂ ਡੀਲ ਕੀਤਾ ਜਾ ਸਕੇ। ਸੋ ਉਹਨਾਂ ਨੂੰ ਇਹ ਕਿਸਾਨ ਅੰਦੋਲਨ ਦਾ ਜੋ ਮੇਨ ਸੀ ਕਿ 3 ਖੇਤੀ ਕਾਨੂੰਨ ਵਾਪਿਸ ਹੋਣੇ ਚਾਹੀਦੇ ਆ, ਪਲੱਸ ਜਿਹੜੀਆਂ ਹੋਰ ਮੰਗਾਂ ਉਹ ਵੀ ਮੰਨਣੀਆਂ ਪਈਆਂ ਬਿਕੋਜ਼ देयर वाज नो ਵੇ ਆਊਟ। ਉਸ ਤੋਂ ਇਲਾਵਾ ਜੋ ਪੰਜਵਾਂ ਸਿਧਾਂਤ ਸੀ ਕਿਸਾਨ ਅੰਦੋਲਨ ਦਾ ਉਹ ਇਹ ਸੀ ਨੋ ਪੋਜੈਸ਼ਨਸ। ਕੋਈ ਵੀ ਸੰਯੁਕਤ ਕਿਸਾਨ ਮੋਰਚੇ ਦਾ ਆਗੂ ਇਦਾਂ ਦਾ ਨਹੀਂ ਸੀ ਜਿਹੜਾ ਆਪਣੀ ਖਾਤਰ ਲੜ ਰਿਹਾ ਹੋਵੇ। ਸਰਬੱਤ ਦੇ ਭਲੇ ਦੀ ਇਹ ਲੜਾਈ ਸੀ, ਸਰਬੱਤ ਦਾ ਭਲਾ, ਕਿਸਾਨੀ ਦੇ ਭਲੇ ਦੇ ਲਈ ਇਹ ਲੜਾਈ ਸੀ, ਅੰਨ ਦੇ ਲਈ ਇਹ ਲੜਾਈ ਸੀ, ਹੋਂਦ ਦੇ ਲਈ ਇਹ ਲੜਾਈ ਸੀ। ਸੋ ਕੋਈ ਵੀ ਕਿਸਾਨ ਅੰਦੋਲਨ ਦੇ ਆਗੂ ਜੋ ਮੌਤਵਰ ਬੰਦੇ ਸੀ, ਜਿਹੜੇ BKU ਤਰ੍ਹਾਂ ਦੀਆਂ ਯੂਨੀਅਨਸ ਦੇ ਪ੍ਰੈਜ਼ੀਡੈਂਟ ਸੀ, ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਸੀ ਜਾਂ ਹੋਰ ਬਹੁਤ ਤਰ੍ਹਾਂ ਦੇ ਸੈਲੈਬ੍ਰਿਟੀ ਸੀਗੇ, ਗੀਤਕਾਰ ਸੀ, ਲੇਖਕ ਸੀ, ਇੰਟੈਲੈਕਚੁਅਲ ਸੀ, ਪੱਤਰਕਾਰ ਸੀ, ਬਹੁਤ ਤਰ੍ਹਾਂ ਦੇ ਹੋਰ ਬਹੁਤ ਲੋਕ ਸ਼ਾਮਿਲ ਸੀ। ਉਹਨਾਂ ਵੱਲੋਂ ਕੋਈ ਵੀ ਐਦਾਂ ਦਾ ਮਤਲਬ ਨਹੀਂ ਸੀ ਉਹਨਾਂ ਲੋਕਾਂ ਨੂੰ ਕਿ ਉਹਨਾਂ ਨੇ ਆਪਣਾ ਪਰਸਨਲ ਨਿੱਜੀ ਫਾਇਦਾ ਖੱਟਣਾ ਸੀ। ਉਹ ਸਿਰਫ ਇੱਕ ਸਰਬੱਤ ਦੇ ਭਲੇ ਦੇ ਲਈ, ਕਿਸਾਨੀ ਦੇ ਭਲੇ ਦੇ ਲਈ, ਲੋਕਾਂ ਦੇ ਭਲੇ ਦੇ ਲਈ, ਹੋਂਦ ਦੇ ਲਈ ਇਹ ਅੰਦੋਲਨ ਸ਼ੁਰੂ ਹੋਇਆ ਸੀ, ਜਿਹਦੇ ਵਿੱਚ ਕਿਸੇ ਦਾ ਵੀ ਕੋਈ ਆਪਣਾ ਸਵਾਰਥ ਨਹੀਂ ਸੀ। ਕਿਸੇ ਨੂੰ ਕੋਈ ਪੈਸੇ ਨਹੀਂ ਸੀ ਮਿਲਣੇ, ਕਿਸੇ ਨੂੰ ਕੋਈ ਅਹੁਦਾ ਨਹੀਂ ਸੀ ਮਿਲਣਾ, ਕਿਸੇ ਨੂੰ ਉਲਟਾ ਬਹੁਤ ਤਰ੍ਹਾਂ ਦੇ ਸਾਬੋਟਾਜ ਹੀ ਹੋਏ। ਬਟ ਉਸ ਦੇ ਬਾਵਜੂਦ ਵੀ ਉਹ ਜੋ ਕਿਸਾਨ ਅੰਦੋਲਨ ਦੇ ਜਿਹੜੇ ਆਗੂ ਸੀ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਇੱਕ ਮੈਸੇਜ ਡਿਲੀਵਰ ਕੀਤਾ ਕਿ ਇਹ ਜੋ ਲੜਾਈ ਹੈ ਕਿਸਾਨ ਅੰਦੋਲਨ ਦੀ, ਇਹ ਅਸੀਂ ਪੋਲੀਟੀਕਲ ਨਹੀਂ ਆਵਾਂਗੇ, ਅਸੀਂ ਨਾ ਹੀ ਰਾਜਨੀਤੀ ਲਈ ਕਰ ਰਹੇ ਹਾਂ, ਨਾ ਹੀ ਕਿਸੇ ਹੋਰ ਚੀਜ਼ ਲਈ ਕਰ ਰਹੇ ਹਾਂ, ਪਰ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਵੋਟ ਤੇ ਚੋਟ ਵੀ ਕਰਾਂਗੇ। ਔਰ ਉਹ ਕੀਤੀ ਵੀ ਗਈ। ਵੈਸਟ ਬੰਗਾਲ ਦੇ ਵਿੱਚ ਦੇਖਣ ਨੂੰ ਮਿਲਿਆ, ਪਲੱਸ ਹੁਣ ਯੂਪੀ ਦੇ ਇਲੈਕਸ਼ਨਸ ਆ ਰਹੇ ਸੀ, ਪੰਜਾਬ ਦੇ ਇਲੈਕਸ਼ਨਸ ਆ ਰਹੇ ਸੀ। ਇਹ ਵੀ ਇੱਕ ਪ੍ਰੈਸ਼ਰ ਬਿਲਡਅਪ ਕੀਤਾ ਗਿਆ ਇਸ ਜਥੇਬੰਦੀਆਂ ਵੱਲੋਂ, ਕਿਸਾਨ ਅੰਦੋਲਨ ਵੱਲੋਂ। ਉਸ ਤੋਂ ਇਲਾਵਾ ਜੋ ਕਿਸਾਨ ਅੰਦੋਲਨ ਦੇ ਵਿੱਚ ਲੋਕ ਜਿੰਨੇ ਵੀ ਸ਼ਾਮਿਲ ਹੋਏ ਔਰ ਕਿਸਾਨ ਅੰਦੋਲਨ ਨੂੰ ਜਿੰਨੇ ਵੀ ਸਪੋਰਟਰ ਘਰਾਂ 'ਚ ਬੈਠੇ ਵੀ ਸਪੋਰਟ ਕਰ ਰਹੇ ਸੀ ਔਰ ਜਿੰਨੇ ਵੀ ਆਗੂ ਸੀ, ਉਹ ਸਾਰਿਆਂ ਦੇ ਵਿੱਚ ਜਿਹੜੀ ਨੈਤਿਕਤਾ ਸੀ, ਜਿਹੜੀ ਉਹਨਾਂ ਦੇ ਵਿੱਚ ਮੋਰੈਲਿਟੀ ਸੀ, ਜਿਹੜੇ ਉਹ ਐਥਿਕਸ ਨੂੰ ਨਾਲ ਲੈ ਕੇ ਚੱਲੇ, ਉਹ ਇੱਕ ਐਡਾ ਵਧੀਆ ਸਿਧਾਂਤ ਸਾਬਿਤ ਹੋਇਆ ਕਿ ਕਿਸਾਨ ਅੰਦੋਲਨ ਕਿਸੇ ਵੀ ਸਟੇਜ ਤੇ ਡਾਵਾਂਡੋਲ ਹੁੰਦਾ ਨਜ਼ਰ ਨਹੀਂ ਆਇਆ। ਹਰ ਇੱਕ ਸਟੇਜ ਤੇ ਉਹ ਕੋਈ ਵੀ ਅਗਰ ਸਰਕਾਰ ਵੱਲੋਂ ਜਾਂ ਕੋਈ ਹੋਰ ਕਿਸਾਨ ਵਿਰੋਧੀ ਤਾਕਤਾਂ ਵੱਲੋਂ ਕੋਈ ਵੀ ਸਾਜ਼ਿਸ਼ ਸ਼ੜਯੰਤਰ ਕਰਦਾ ਨਜ਼ਰ ਆਉਂਦਾ ਸੀ ਤਾਂ ਉਸ ਸ਼ੜਯੰਤਰ ਨੂੰ ਜੋ ਕਿਸਾਨ ਅੰਦੋਲਨ ਦੇ ਪਾਰਟਿਸਿਪੈਂਟ ਸੀ, ਜਿਨ੍ਹਾਂ ਨੇ ਸਪੋਰਟ ਕੀਤੀ, ਜਿਹੜੇ ਆਗੂ ਸੀ ਕਿਸਾਨ ਅੰਦੋਲਨ ਦੇ, ਉਹਨਾਂ ਵੱਲੋਂ ਜੋ ਮੋਰੈਲਿਟੀ, ਜੋ ਨੈਤਿਕਤਾ ਦਿਖਾਈ ਗਈ। ਨੈਤਿਕਤਾ ਦਾ ਭਾਵ ਹੈ ਕਿ ਕਲਚਰ ਨੂੰ ਨਹੀਂ ਭੁੱਲੇ, ਇੱਜ਼ਤ, ਸਨਮਾਨ, ਐਕਸੈਪਟੈਂਸ, ਟੋਲਰੈਂਸ, ਇਹ ਚੀਜ਼ਾਂ ਨੇ ਵੀ ਸਬਰ ਰੱਖਿਆ ਜੋ ਕਿਸਾਨ ਆਗੂਆਂ ਨੇ। ਉਹ ਸਬਰ ਦਾ ਜਿਹੜਾ ਫਲ ਸੀਗਾ, ਇਹ ਜੋ ਇੰਡੀਅਨ ਕਲਚਰਲ ਵੈਲਿਊਜ਼ ਆ, ਉਹ ਸਾਰੀਆਂ ਵੈਲਿਊਜ਼ ਦੇ ਨਾਲ ਜਿਹੜਾ ਇੱਕ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਆਗੂਆਂ ਨੇ ਆਪਣੀ ਪਰਸਨੈਲਿਟੀਜ਼ ਦੇ ਵਿੱਚ ਲੋਕਾਂ ਨੂੰ ਜੋ ਇਨਫਲੂਐਂਸ ਕੀਤਾ, ਸਬਰ ਦੇ ਵਿੱਚ ਮੋਰਲ ਵੈਲਿਊਜ਼ ਨੂੰ ਉੱਪਰ ਰੱਖਿਆ ਗਿਆ। ਗੁਰੂ ਕੇ ਲੰਗਰ ਚੱਲੇ ਬਿਨਾਂ ਕਿਸੇ ਭੇਦਭਾਵ ਤੋਂ, ਲੋਕ ਇਕੱਠੇ ਰਹਿੰਦੇ ਸੀ, ਇੱਕ ਦੂਜੇ ਦੇ ਲਈ ਕੋਈ ਵੀ ਲੜਾਈ ਨਹੀਂ ਸੀ। ਜਿਵੇਂ ਕਿਹਾ ਜਾਂਦਾ ਹੈ ਕਿ ਹਰਿਆਣਾ ਪੰਜਾਬ ਦੀ ਲੜਾਈ ਹੈ, ਕਿਹਾ ਜਾਂਦਾ ਹੈ ਕਿ ਹਰਿਆਣਾ ਔਰ ਪੰਜਾਬ ਦੇ ਲੋਕਾਂ ਦੀ ਅਲੱਗ-ਅਲੱਗ ਸੀਗੇ, ਬਟ ਇਸ ਕਿਸਾਨ ਅੰਦੋਲਨ 'ਚ ਤਾਂ ਐਦਾਂ ਦਾ ਕੁਝ ਵੀ ਨਹੀਂ ਲੱਗਿਆ ਦੇਖਣ ਨੂੰ। ਅਖੀਰਲਾ ਤੇ ਸਭ ਤੋਂ ਇੰਪੋਰਟੈਂਟ ਜੋ ਕਿਸਾਨ ਅੰਦੋਲਨ ਦਾ ਸਿਧਾਂਤ ਸੀ, ਜਿਹਨੇ ਕਿਸਾਨ ਅੰਦੋਲਨ ਨੂੰ ਫਤਿਹ ਵੱਲ ਨੂੰ ਲੈ ਕੇ ਗਿਆ, ਜਿਹੜਾ ਕਿਸਾਨ ਅੰਦੋਲਨ ਇੰਨੇ ਸਾਲ ਚੱਲਿਆ, ਸਾਲ ਤੋਂ ਜ਼ਿਆਦਾ ਚੱਲਿਆ ਔਰ ਇਸ ਤੋਂ ਵੀ ਵੱਧ ਚੱਲਣ ਦੀ ਕੈਪੈਸਿਟੀ ਰੱਖਦਾ ਸੀ ਕਿਸਾਨ ਅੰਦੋਲਨ। ਅਗਰ ਇਹ ਖੇਤੀ ਕਾਨੂੰਨ ਹਜੇ ਵੀ ਵਾਪਿਸ ਨਾ ਹੁੰਦੇ ਤਾਂ ਕਿਸਾਨ ਵਾਪਿਸ ਆਉਣ ਵਾਲੇ ਨਹੀਂ ਸੀ ਆਪਣੇ ਘਰਾਂ ਨੂੰ, ਇਹ ਟਿਕੇ ਰਹਿਣਾ ਸੀ, ਕਿਸਾਨ ਅੰਦੋਲਨ ਚੱਲਣਾ ਸੀ। ਇਹਦਾ ਕਾਰਨ ਇਹ ਸੀ
ਨੌਨ ਵਾਇਲੈਂਸ। ਕਿਤੇ ਵੀ ਕੋਈ ਐਦਾਂ ਦੀ ਘਟਨਾ ਨਹੀਂ ਹੋਈ ਜਾਂ ਕੋਈ ਵੀ ਇਸ ਤਰ੍ਹਾਂ ਦੀ ਇਵੈਂਟ ਨਹੀਂ ਸੀ ਜਿੱਥੇ ਲੋਕ ਇਸ ਅੰਦੋਲਨ ਨੂੰ ਹਥਿਆਰਬੰਦ ਢੰਗ ਦੇ ਨਾਲ ਜਾਂ ਕੁਝ ਹੋਰ ਹਿੰਸਾ ਵਾਲੇ ਢੰਗ ਦੇ ਨਾਲ ਅੱਗੇ ਨੂੰ ਵਧਾਉਂਦੇ। 26 ਜਨਵਰੀ ਦੀ ਘਟਨਾ ਹੁੰਦੀ ਹੈ, ਇੱਕ ਨਿਹੰਗ ਵਾਲਾ ਇਨਸੀਡੈਂਟ ਹੁੰਦਾ ਹੈ। ਇਹ ਦੋ ਚੀਜ਼ਾਂ ਨੂੰ ਜਦੋਂ ਬਹੁਤ ਡੀਪਲੀ ਆਪਾਂ ਸਟੱਡੀ ਕਰੀਏ ਤਾਂ ਇੱਕ ਸਾਬੋਟਾਜ ਲੱਗਦਾ ਹੈ। ਇਹ ਬਿਲਕੁਲ ਵੀ ਕਿਸਾਨਾਂ ਵੱਲੋਂ ਨਹੀਂ ਕੀਤਾ ਗਿਆ। ਯੈਸ, ਉਹਦਾ ਇੰਪੈਕਟ ਕਿਸਾਨ ਅੰਦੋਲਨ ਤੇ ਪਿਆ ਸੀਗਾ, ਇੰਡੀਡ ਪਿਆ, ਲਾਲ ਕਿਲੇ ਦੀ ਘਟਨਾ ਦਾ ਵੀ ਇੰਪੈਕਟ ਪਿਆ, ਪਰ ਫਿਰ ਵੀ ਇਹ ਜੋ ਨੌਨ ਵਾਇਲੈਂਸ ਸੀ ਕਿਸਾਨਾਂ ਦੀ, ਉਸ ਨੌਨ ਵਾਇਲੈਂਸ ਨੇ ਅਹਿੰਸਾ, ਜੋ ਗਾਂਧੀਵਾਦੀ ਵਿਚਾਰਧਾਰਾ ਦਾ ਸਭ ਤੋਂ ਬੈਸਟ ਪਾਰਟ ਹੈ ਅਹਿੰਸਾ, ਨੌਨ ਵਾਇਲੈਂਸ, ਇੱਕ ਹੰਕਾਰੀ ਕਮੰਡੀ ਸਰਕਾਰ ਦੇ ਅੱਗੇ, ਖਾਸ ਤੌਰ ਤੇ ਇੱਕ ਲੀਡਰ ਦੇ ਅੱਗੇ ਅਹਿੰਸਾ ਸਭ ਤੋਂ ਵੱਡਾ ਵੈਪਨ ਹੈ, ਸਭ ਤੋਂ ਵੱਡਾ ਹਥਿਆਰ ਹੈ। ਕਿਸਾਨ ਆਪਣੀ ਪੀਸ ਆਫ ਮਾਈਂਡ ਦੇ ਨਾਲ, ਆਪਣੀ ਕਾਮਨੈਸ ਦੇ ਨਾਲ ਉੱਥੇ ਬੈਠੇ ਰਹੇ। ਲਖੀਮਪੁਰ ਖੇੜੀ ਦੇ ਵਿੱਚ ਜੋ ਇਨਸੀਡੈਂਟ ਹੁੰਦਾ ਹੈ, ਉਹ ਇਸ ਜੋ ਕਿਸਾਨਾਂ ਦਾ ਸਿਧਾਂਤ ਸੀ ਨੌਨ ਵਾਇਲੈਂਸ, ਉਹਦਾ ਬਿਲਕੁਲ ਵਿਪਰੀਤ ਸੀ, ਬਿਲਕੁਲ ਆਪੋਜ਼ਿਟ ਸੀ। ਉਹਨਾਂ ਨੇ ਵਾਇਲੈਂਸ ਕੀਤੀ ਗੁੱਸੇ ਦੇ ਵਿੱਚ ਆ ਕੇ, ਲੇਕਿਨ ਕਿਸਾਨ ਕਿਸੇ ਵੀ ਲੈਵਲ ਤੇ ਗੁੱਸੇ 'ਚ ਨਹੀਂ ਆਏ। ਜਿਹੜੀ ਉਹਨਾਂ ਦੀ ਨੌਨ ਵਾਇਲੈਂਸ ਦੀ ਜਿਹੜੀ ਪਾਲਿਸੀ ਸੀ, ਉਹਦੇ ਨਾਲ ਉਹਨਾਂ ਨੇ ਦਿਖਾ ਦਿੱਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ, ਅੱਜ ਦੇ ਲੋਕਾਂ ਨੂੰ ਵੀ, ਕਿ ਕੁਝ ਵੀ ਜੰਗ, ਕੋਈ ਵੀ ਜੰਗ ਜਿੱਤਣੀ ਹੋਵੇ ਤਾਂ ਨੌਨ ਵਾਇਲੈਂਸ ਤੋਂ ਉੱਪਰ ਦਾ ਵੱਡਾ ਹਥਿਆਰ ਕੋਈ ਨਹੀਂ ਹੈ। ਇੱਕ ਪਾਸੇ ਸੀ ਉਹ ਸਰਕਾਰ, ਉਹ ਹਕੂਮਤ ਜੋ ਅਸੰਵੇਦਨਸ਼ੀਲ ਸੀ, ਜਿਨ੍ਹਾਂ ਨੂੰ ਲੋਕਾਂ ਦੇ ਨਾਲ ਕੋਈ ਸੰਵੇਦਨਸ਼ੀਲਤਾ ਨਹੀਂ ਸੀ। ਉਹ ਸੀ ਜਿਹੜੇ ਫਾਸੀਵਾਦੀ ਵਿਚਾਰਧਾਰਾ ਦੇ ਨਾਲ ਅੱਗੇ ਵਧ ਰਹੇ ਸੀ, ਜਿਹੜੇ ਹਿੰਦੂਤਵਾਦੀ ਪੋਲਿਟਿਕਸ ਖੇਡ ਕੇ ਅੱਗੇ ਵਧ ਰਹੇ ਸੀ, ਜਿਨ੍ਹਾਂ ਦੇ ਕੋਲ ਸਰਮਾਏਦਾਰੀ ਸੀ, ਦੌਲਤਮੰਦ ਲੋਕ ਸੀ, ਮੀਡੀਆ ਸੀ, ਹੋਰ ਸਰਕਾਰੀ ਤੰਤਰ ਉਹਨਾਂ ਦੇ ਹੱਥ ਦੇ ਵਿੱਚ ਸੀ। ਔਰ ਦੂਜੇ ਪਾਸੇ ਸੀ ਉਹ ਲੋਕ ਜਿਹੜੇ ਲੋਕਾਂ ਦਾ ਜਨ ਸੈਲਾਬ ਉਮੜਿਆ, ਪਲੱਸ ਜਿਹੜੇ ਆਗੂ ਸੀ ਉਹਨਾਂ ਦੀ ਸਹੀ ਫੈਸਲੇ ਲੈਣ ਦੀ ਜਿਹੜੀ ਖਮਤਾ ਸੀ, ਜਿਹੜੇ ਉਹਨਾਂ ਨੇ ਰਾਈਟ ਡਿਸੀਜਨ ਟੇਕਨ ਐਟ ਰਾਈਟ ਟਾਈਮ, ਇਹ ਜਿਹੜੀ ਉਹਨਾਂ ਦੀ ਜਿਹੜਾ ਇੱਕ ਇਹ ਵੀ ਸਿਧਾਂਤ ਆਪਾਂ ਮੰਨ ਸਕਦੇ ਹਾਂ ਵੀ ਇੱਕ ਸਹੀ ਡਿਸੀਜਨ ਮੇਕਰ ਜਿਹੜੇ ਆਗੂ ਸੀਗੇ, ਉਹਨਾਂ ਦੇ ਕਾਰਨ ਵੀ ਇਹ ਜਿਹੜਾ ਲੋਕਾਂ ਦਾ ਸਿਰੜ ਹੈ, ਜੋ ਲੋਕਾਂ ਦੀ ਜਜ਼ਬਾ ਸੀ ਉਹਨਾਂ ਦਾ, ਜਿੰਨੇ ਪੈਸ਼ਨ ਦੇ ਨਾਲ ਉਹਦੇ ਤੇ ਚੜੇ ਆ, ਪਾਣੀ ਦੀਆਂ ਵਿਛਾੜਾਂ ਦੇ ਮੂੰਹ ਮੋੜਨ ਦੇ ਲਈ ਜਿੱਦਾਂ ਉਹਨਾਂ ਨੇ ਬੈਰੀਕੇਡ ਹਟਾਏ ਆ, ਜਿੱਡੀ ਨਿਡਰਤਾ ਦੇ ਨਾਲ ਲੋਕ ਅੱਗੇ ਗਏ ਆ, ਉਹਨੂੰ ਇੱਕ ਬਹੁਤ ਅੱਛੀ ਦਿਸ਼ਾ ਦਿੱਤੀ ਕਿਸਾਨ ਆਗੂਆਂ ਦੇ ਸਹੀ ਫੈਸਲੇ ਲੈਣ ਦੀ ਖਮਤਾ ਨੇ, ਉਹਨਾਂ ਵੱਲੋਂ ਲਏ ਗਏ ਸਹੀ ਫੈਸਲਿਆਂ ਨੇ। ਅੱਜ ਸਾਨੂੰ ਲੱਗਦਾ ਹੋਵੇਗਾ ਕਿ ਕਿਸਾਨ ਅੰਦੋਲਨ ਖਤਮ ਹੋ ਗਿਆ, ਅੰਦੋਲਨ ਖਤਮ ਹੋ ਗਿਆ। ਅੰਦੋਲਨ ਕਦੀ ਵੀ ਖਤਮ ਨਹੀਂ ਹੁੰਦੇ, ਅੰਦੋਲਨ ਹਮੇਸ਼ਾ ਚੱਲਦੇ ਰਹਿੰਦੇ ਆ, ਛੋਟੇ ਫਾਰਮ ਦੇ ਵਿੱਚ, ਛੋਟੇ ਰੂਪ ਦੇ ਵਿੱਚ ਜਾਂ ਵੱਡੇ ਰੂਪ ਦੇ ਵਿੱਚ। ਅੰਦੋਲਨ ਲਈ ਉਦੋਂ ਪਕੜਦਾ ਜਦੋਂ ਜਨ ਅੰਦੋਲਨ ਹੋ ਜਾਂਦਾ। ਕਿਸਾਨ ਇੱਕ ਜਨ ਅੰਦੋਲਨ ਬਣ ਚੁੱਕਾ ਸੀ, ਜਿਹਦੇ ਵਿੱਚ ਪੰਜਾਬ, ਹਰਿਆਣਾ, ਯੂਪੀ ਦੇ ਅੱਧੇ ਤੋਂ ਜ਼ਿਆਦਾ ਹਿੱਸੇ ਤੋਂ ਲੋਕਾਂ ਦੀ ਭਰਪੂਰ, ਉਹਨਾਂ ਨੇ ਦਿੱਲੀ ਘੇਰੀ ਹੋਈ ਸੀ, ਉਹਨਾਂ ਦੀ ਭਰਪੂਰ ਸ਼ਮੂਲੀਅਤ ਸੀ। ਅੰਦੋਲਨ ਛੋਟੇ ਲੈਵਲ ਤੇ ਹਰ ਥਾਂ ਤੇ ਚੱਲਦੇ ਰਹਿੰਦੇ ਨੇ, ਅੰਦੋਲਨ ਚੱਲਣੇ ਚਾਹੀਦੇ ਵੀ ਨੇ। ਜਿਹੜੀ ਜਮਹੂਰੀਅਤ ਦੇ ਵਿੱਚ ਅਗਰ ਸਰਕਾਰ ਕੋਈ ਵੀ ਲੋਕ ਵਿਰੋਧੀ ਨੀਤੀ ਬਣਾਉਂਦੀ ਹੈ ਤਾਂ ਅੰਦੋਲਨ ਹੋਣਾ ਸੰਭਵ ਹੈ, ਇੱਕ ਨਾਰਮਲ ਫਿਨੋਮੀਨਾ ਹੈ। ਕਿਸਾਨ ਅੰਦੋਲਨ ਨੇ ਆਪਾਂ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਸੰਘਰਸ਼ ਕਰਨਾ ਪੈਂਦਾ ਹੈ, ਸੰਘਰਸ਼ ਕਰਨਾ ਹੀ ਇੱਕਮਾਤਰ ਹੱਲ ਹੈ, ਸੰਘਰਸ਼ ਕਰਨਾ ਚਾਹੀਦਾ ਹੈ ਤੇ ਹਰ ਸੰਘਰਸ਼ ਦੀ ਇੱਜ਼ਤ ਕਰਨੀ ਚਾਹੀਦੀ ਹੈ, ਰਿਸਪੈਕਟ ਕਰਨੀ ਚਾਹੀਦੀ ਹੈ। ਆਈ ਹੋਪ ਕੋਈ ਛੋਟਾ ਅੰਦੋਲਨ ਹੋਵੇ, ਕੋਈ ਵੱਡਾ ਅੰਦੋਲਨ ਹੋਵੇ, ਆਪਾਂ ਹਰ ਇੱਕ ਨੂੰ ਸਪੋਰਟ ਕਰੀਏ। ਘੱਟੋ ਘੱਟ ਜਿਸ ਤਰ੍ਹਾਂ ਜੇਕਰ ਆਪਾਂ ਵਿੱਚ ਸ਼ਮੂਲੀਅਤ ਨਹੀਂ ਕਰ ਸਕਦੇ, ਘੱਟੋ ਘੱਟ ਇੱਕ ਵਾਰੀ ਉਸ ਅੰਦੋਲਨ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਵੀ ਇਹ ਧਰਨਾ, ਪ੍ਰਦਰਸ਼ਨ, ਇਹ ਸੰਘਰਸ਼ ਕਿਉਂ ਹੋ ਰਿਹਾ ਹੈ, ਸੋ ਦੈਟ ਇਸ ਸਿਸਟਮ ਨੂੰ, ਇਹ ਜਮਹੂਰੀਅਤ ਢਾਂਚੇ ਨੂੰ ਪ੍ਰੋਟੈਕਟ ਕਰਕੇ ਰੱਖਿਆ ਜਾ ਸਕੇ ਔਰ ਦੇਸ਼ ਨੂੰ ਫਾਸੀਵਾਦ ਵੱਲ ਵਧਣ ਤੋਂ ਰੋਕਿਆ ਜਾ ਸਕੇ। ਕਿਸਾਨੀ ਸੰਘਰਸ਼ ਚੋਂ ਪੈਦਾ ਹੋਈ ਉਮੀਦ, ਇਹ ਚਾਨਣ, ਪ੍ਰੇਮ, ਆਪਸ ਦੇ ਵਿੱਚ ਲੋਕਾਂ ਦੀ ਸੋਸ਼ਲ ਯੂਨਿਟੀ, ਸਮਾਜ ਲੈਵਲ ਤੇ ਇਕਜੁੱਟਤਾ, ਸਾਂਝੀਵਾਲਤਾ, ਬਿਨਾਂ ਕਿਸੇ ਭੇਦਭਾਵ ਤੋਂ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਨਾ, ਆਪਣੀ ਉਮੀਦ ਰੱਖਣਾ ਕਿ ਅਸੀਂ ਇਕੱਠੇ ਹੋ ਕੇ ਬਹੁਤ ਕੁਝ ਬਦਲ ਸਕਦੇ ਹਾਂ। ਆਈ ਹੋਪ ਆਪਾਂ ਇਹੋ ਜਿਹੀਆਂ ਜਿਹੜੀਆਂ ਹੋਰ ਵੀ ਸਿੱਖਿਆਵਾਂ ਕਿਸਾਨ ਅੰਦੋਲਨ ਤੋਂ ਮਿਲੀਆਂ, ਉਹਨਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖੀਏ, ਕਦੀ ਵੀ ਨਾ ਭੁੱਲੀਏ। ਮੈਂ ਮਨਵੀਰ ਕੌਰ, ਮੈਂ ਸਲੂਟ ਕਰਦੀ ਹਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕੀਤਾ। ਮੈਂ ਸਲੂਟ ਕਰਦੀ ਹਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜੇ ਇਸ ਅੰਦੋਲਨ ਦੇ ਵਿੱਚ ਗਏ, ਜਿਨ੍ਹਾਂ ਨੇ ਉੱਥੇ ਮੀਂਹ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੇ ਮੌਸਮ ਦੀ ਪਰਵਾਹ ਨਾ ਕੀਤੇ ਬਿਨਾਂ ਉੱਥੇ ਡਟੇ ਰਹੇ। ਆਈ ਸਲੂਟ ਆਲ ਦਾ ਕਿਸਾਨ ਆਗੂ
ਜਿਨ੍ਹਾਂ ਨੇ ਬਹੁਤ ਵਧੀਆ ਡਿਸੀਜਨ ਮੇਕਿੰਗ ਔਰ ਆਪਣੇ ਐਕਸਪੀਰੀਅੰਸ ਦੇ ਨਾਲ ਇਸ ਅੰਦੋਲਨ ਨੂੰ ਬਹੁਤ ਵਧੀਆ ਦਿਸ਼ਾ ਦੇ ਵਿੱਚ ਲੈ ਕੇ ਗਏ ਔਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਐਗਜ਼ਾਮਪਲ ਕ੍ਰੀਏਟ ਕੀਤੀ। ਆਈ ਸਲੂਟ ਆਲ ਦ ਲੇਖਕ ਰਾਈਟਰਸ ਔਰ ਜਿਨ੍ਹਾਂ ਨੇ ਬਹੁਤ ਵਧੀਆ ਆਰਟੀਕਲਸ ਲਿਖੇ, ਜਿਨ੍ਹਾਂ ਨੇ ਜਿਹੜੇ ਗੀਤਕਾਰ ਸੀ, ਜਿਨ੍ਹਾਂ ਨੇ ਗਾਣੇ ਲਿਖੇ, ਮਿਊਜ਼ੀਸ਼ੀਅਨਸ, ਹੋਰ ਜੋ ਚਿੰਤਕ ਸੀ ਸਮਾਜ ਦੇ, ਸਮਾਜਿਕ ਜਿਹੜੇ ਕਾਰਕੁਨ ਸੀ, ਸੋਸ਼ਲ ਵਰਕਰ ਸੀ, ਮੀਡੀਆ ਵਾਲਿਆਂ ਦਾ ਖਾਸ ਆਈ ਸਲੂਟ ਐਵਰੀਵਨ। ਐਂਡ ਮੋਰ ਓਵਰ ਉਹ ਲੋਕ ਜਿਹੜੇ ਕਈ ਕਾਰਨਾਂ ਕਰਕੇ ਸ਼ਾਇਦ ਉੱਥੇ ਪਾਰਟਿਸਿਪੇਟ ਨਾ ਕਰ ਪਾਏ, ਸ਼ਾਇਦ ਨਾ ਜਾ ਪਾਏ, ਵਿਦੇਸ਼ਾਂ 'ਚ ਬੈਠੇ ਸੀ, ਘਰਾਂ ਦੇ ਵਿੱਚ ਕਿਸੇ ਢੰਗ ਦੇ ਵਿੱਚ ਆਕੂਪਾਈਡ ਸੀ, ਪਰ ਉਹ ਲੋਕਾਂ ਦੀ ਵੀ ਬਹੁਤ ਵੱਡੀ ਸਪੋਰਟ ਹੈ ਜਿਨ੍ਹਾਂ ਨੇ ਘਰਾਂ 'ਚ ਬਹਿ ਕੇ ਵੀ ਇਹਨਾਂ ਟੌਪਿਕਸ 'ਤੇ ਗੱਲ ਕੀਤੀ, ਕਿਸਾਨ ਅੰਦੋਲਨ ਦੀ ਫਿਕਰ ਕੀਤੀ, ਕਿਸੇ ਨਾ ਕਿਸੇ ਤਰ੍ਹਾਂ ਫੋਟੋ ਸ਼ੇਅਰ ਕੀਤੀ ਟਵਿੱਟਰ 'ਤੇ, ਫੇਸਬੁੱਕ 'ਤੇ, ਲਾਈਕ ਵੀ ਕੀਤੀ, ਸ਼ੇਅਰ ਕੀਤੀ ਜਾਂ ਸਟੋਰੀ ਵੀ ਪਾਈ। ਇੱਕ ਲਾਈਕ ਕਰਨਾ ਵੀ ਇੱਕ ਸਪੋਰਟ ਹੈ। ਸੋ ਆਈ ਸਲੂਟ ਈਚ ਐਂਡ ਐਵਰੀਵਨ ਜਿਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਸਪੋਰਟ ਕੀਤਾ ਔਰ ਡਟੇ ਰਹੇ ਔਰ ਅੱਗੇ ਤੱਕ ਗਏ। ਥੈਂਕ ਯੂ ਸੋ ਮਚ ਫॉर ਵਾਚਿੰਗ।